ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਯਤੀਮ ਲੜਕੀ ਨਾਲ ਵਿਆਹ ਕਰਵਾਇਆ ਸੀ। ਉਸ ਦੀ ਇੱਕ 16 ਸਾਲ ਦੀ ਭੈਣ ਵੀ ਸੀ। ਮੇਰੀ ਪਤਨੀ ਦੇ ਨਾਲ ਉਸ ਦੀ ਭੈਣ ਵੀ ਵਿਦਾ ਹੋ ਕੇ ਆ ਗਈ ਸੀ, ਪਰ ਉਸ ਦੀ ਭੈਣ ਸਾਰਾ ਦਿਨ ਮੇਰੀ ਪਤਨੀ ਦੇ ਨਾਲ ਹੀ ਚਿੰਬੜੀ ਰਹਿੰਦੀ। ਮੈਨੂੰ ਉਹਦੇ ਉੱਪਰ ਬਹੁਤ ਗੁੱਸਾ ਆਉਂਦਾ ਸੀ, ਕਿਉਂਕਿ ਉਹ ਰਾਤ ਨੂੰ ਵੀ ਸਾਡੇ ਹੀ ਕਮਰੇ ਵਿੱਚ ਸੌਂਦੀ ਸੀ। ਮੈਂ ਪਤਨੀ 'ਤੇ ਗੁੱਸਾ ਕੀਤਾ ਅਤੇ ਰਾਤ ਨੂੰ ਜਦੋਂ ਉਸ ਦੀ ਭੈਣ ਕਮਰੇ ਵਿੱਚ ਆਈ ਤਾਂ ਜ਼ਬਰਦਸਤੀ ਉਸ ਨੂੰ ਦੂਜੇ ਕਮਰੇ ਵਿੱਚ ਬੰਦ ਕਰ ਆਇਆ ਅਤੇ ਫਿਰ ਜਦੋਂ ਕਮਰੇ ਵਿੱਚ ਵਾਪਸ ਆਇਆ ਤਾਂ ਮੇਰੀ ਜਾਨ ਹੀ ਨਿਕਲ ਗਈ। ਮੇਰੀ ਪਤਨੀ ਦੀ ਭੈਣ ਬਹੁਤ ਅਜੀਬੋ-ਗਰੀਬ ਸੀ। ਉਹ ਹਰ ਸਮੇਂ ਬਹੁਤ ਡਰੀ ਸਹਿਮੀ ਰਹਿੰਦੀ ਅਤੇ ਆਪਣੀ ਭੈਣ ਨਾਲ ਹੀ ਚਿੰਬੜੀ ਰਹਿੰਦੀ। ਮੈਨੂੰ ਉਸ 'ਤੇ ਗੁੱਸਾ ਆਉਂਦਾ ਸੀ। ਮੈਂ ਸੋਚ ਲਿਆ ਸੀ ਕਿ ਉਸ ਤੋਂ ਤਾਂ ਜਾਨ ਛੁਡਵਾ ਕੇ ਹੀ ਰਹਾਂਗਾ। ਇੱਕ ਦਿਨ ਮੈਂ ਆਪਣੀ ਪਤਨੀ ਤੋਂ ਲੁਕ ਕੇ ਉਸ ਦੀ ਭੈਣ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਜਦੋਂ ਉੱਥੇ ਪਹੁੰਚਿਆ ਤਾਂ ਦੰਗ ਰਹਿ ਗਿਆ, ਕਿਉਂਕਿ ਉੱਥੇ ਤਾਂ ਜਦੋਂ ਵਿਆਹ ਤੋਂ ਬਾਅਦ ਪਹਿਲੀ ਰਾਤ ਮੈਂ ਕਮਰੇ ਵਿੱਚ ਆਇਆ ਤਾਂ ਮੈਂ ਬਹੁਤ ਖੁਸ਼ ਸੀ। ਮੈਂ ਮੂੰਹ ਵਿਖਾਈ ਦਾ ਕੀਮਤੀ ਤੋਹਫ਼ਾ ਤਾਂ ਖਰੀਦਿਆ ਹੀ ਸੀ, ਪਰ ਇੱਕ ਪਿਆਰ ਭਰਿਆ ਤੋਹਫ਼ਾ ਵੀ ਲਿਆਂਦਾ। ਮੈਂ ਗਜਰੇ ਖਰੀਦ ਲਿਆਇਆ ਸੀ, ਕਿਉਂਕਿ ਜਾਣਦਾ ਸੀ ਕਿ ਲੜਕੀਆਂ ਇਸ ਤਰ੍ਹਾਂ ਦੇ ਤੋਹਫ਼ੇ ਦੇਖ ਕੇ ਖੁਸ਼ ਹੋ ਜਾਂਦੀਆਂ ਹਨ। ਮੈਂ ਜਿੱਦਾਂ ਹੀ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ। ਸਾਹਮਣੇ ਦਾ ਮੰਜ਼ਰ ਬਹੁਤ ਹੈਰਾਨੀਜਨਕ ਸੀ। ਮੇਰੀ ਪਤਨੀ ਦੀ 16 ਸਾਲ ਭੈਣ ਉਹਦੇ ਨਾਲ ਚਿਪਕ ਕੇ ਬੈਠੀ ਸੀ ਅਤੇ ਲਗਾਤਾਰ ਰੋਈ ਜਾ ਰਹੀ ਸੀ। ਇਹ ਰੋਣਾ ਕੋਈ ਆਮ ਵਾਲਾ ਰੋਣਾ ਨਹੀਂ ਸੀ, ਉਹ ਤਾਂ ਕੀਰਨੇ ਪਾ ਕੇ ਰੋ ਰਹੀ ਸੀ। ਮੈਨੂੰ ਦੇਖ ਕੇ ਮੇਰੀ ਪਤਨੀ ਰੇਖਾ ਪਰੇਸ਼ਾਨ ਹੋ ਗਈ। ਉਸਨੇ ਆਪਣੀ ਭੈਣ ਨੂੰ ਝੱਟ ਹੀ ਚੁੱਪ ਕਰਵਾਇਆ। ਮੈਂ ਅੱਗੇ ਵਧਿਆ ਤੇ ਕਿਹਾ, ਰੇਖਾ ਕੀ ਹੋਇਆ? ਇਸ ਬੱਚੀ ਨੂੰ ਤਬੀਅਤ ਤਾਂ ਠੀਕ ਹੈ ਇਸ ਦੀ? ਰੇਖਾ ਬੋਲੀ, ਜੀ ਠੀਕ ਹੈ। ਇਹ ਬਸ ਇਹ ਸੋਚ ਕੇ ਪਰੇਸ਼ਾਨ ਹੋ ਗਈ ਹੈ ਕਿ ਮੈਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਤਾਂ ਇਸ ਦਾ ਕੀ ਹੋਵੇਗਾ। ਮੇਰਾ ਦਿਲ ਦੁੱਖ ਗਿਆ। ਮੈਂ ਅੱਗੇ ਵਧ ਕੇ ਨੇਹਾ ਦੇ ਸਿਰ 'ਤੇ ਪਿਆਰ ਨਾਲ ਹੱਥ ਰੱਖਿਆ ਤੇ ਕਿਹਾ, ਤੂੰ ਪਰੇਸ਼ਾਨ ਨਾ ਹੋ। ਜੇਕਰ ਤੂੰ ਰੇਖਾ ਦੀ ਭੈਣ ਹੈ ਤਾਂ ਮੇਰੀ ਵੀ ਭੈਣ ਹੀ ਹੈ। ਤੂੰ ਇਸੇ ਹੀ ਘਰ ਵਿੱਚ ਰਹੇਂਗੀ ਸਾਡੇ ਨਾਲ। ਰੇਖਾ, ਤੂੰ ਇਹ ਗੱਲ ਨੇਹਾ ਨੂੰ ਨਹੀਂ ਦੱਸੀ? ਉਹ ਬੋਲੀ, ਵਿਜੇ ਮੈਂ ਇਸ ਨੂੰ ਦੱਸ ਚੁੱਕੀ ਹਾਂ। ਬੱਚੀ ਹੈ ਨਾ, ਇਸ ਕਰਕੇ ਫਿਲਹਾਲ ਇਸ ਨੂੰ ਇਹ ਗੱਲ ਸਮਝ ਨਹੀਂ ਆ ਰਹੀਆਂ। ਵਕਤ ਗੁਜ਼ਰੇਗਾ ਤਾਂ ਖੁਦ ਹੀ ਸਮਝ ਆਵੇਗੀ। ਮੈਂ ਸਿਰ ਹਿਲਾ ਦਿੱਤਾ ਤਾਂ ਰੇਖਾ ਡਰਦੀ ਡਰਦੀ ਬੋਲੀ, ਵਿਜੇ ਇੱਕ ਗੱਲ ਬੋਲਾਂ? ਮੈਂ ਮੁਸਕਰਾ ਕੇ ਕਿਹਾ, ਰੇਖਾ ਤੈਨੂੰ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਆ। ਪਰ ਉਸ ਦੀ ਗੱਲ ਸੁਣ ਕੇ ਮੈਂ ਬੁੱਤ ਹੀ ਬਣ ਗਿਆ ਸੀ। ਉਹ ਬੋਲੀ, ਵਿਜੇ ਮੈਂ ਨੇਹਾ ਨੂੰ ਆਪਣੇ ਨਾਲ ਹੀ ਸੰਭਾਲਵਾਂ। ਜਦੋਂ ਤੱਕ ਇਹ ਸੰਭਲ ਨਹੀਂ ਜਾਂਦੀ ਉਦੋਂ ਤੱਕ ਇਹ ਮੇਰੇ ਨਾਲ ਹੀ ਸੋ ਜਾਇਆ ਕਰੇ। ਇਹ ਮਾਂ ਆਪਣੇ ਅਤੇ ਪਿਤਾ ਜੀ ਦੀ ਮੌਤ ਤੋਂ ਬਾਅਦ ਬਹੁਤ ਉਦਾਸ ਹੋ ਗਈ ਹੈ। ਨਿੱਕੀ ਨਿੱਕੀ ਗੱਲ ਦੀ ਟੈਨਸ਼ਨ ਲੈ ਕੇ ਬਿਮਾਰ ਪੈ ਜਾਂਦੀ ਹੈ। ਮੇਰਾ ਹਜੇ ਨਵਾਂ ਵਿਆਹ ਹੋਇਆ, ਮੈਂ ਕਿੱਥੇ ਹਸਪਤਾਲ ਦੇ ਚੱਕਰ ਲਗਾਉਂਦੀ ਫਿਰਾਂਗੀ। ਮੈਂ ਰੇਖਾ ਦੀ ਗੱਲ ਸਮਝ ਗਿਆ ਸੀ। ਮੈਂ ਕਿਹਾ, ਠੀਕ ਹੈ ਰੇਖਾ, ਤੁਸੀਂ ਦੋਨੋਂ ਭੈਣਾਂ ਇਸ ਕਮਰੇ ਵਿੱਚ ਸੋ ਜਾਓ, ਮੈਂ ਦੂਸਰੇ ਕਮਰੇ ਵਿੱਚ ਚਲਾ ਜਾਂਦਾ ਹਾਂ। ਰੇਖਾ ਉੱਠ ਕੇ ਮੇਰੇ ਕੋਲ ਆਈ ਅਤੇ ਬੋਲੀ, ਮੈਂ ਹਮੇਸ਼ਾ ਤੁਹਾਡੀ ਅਹਿਸਾਨਮੰਦ ਰਹਾਂਗੀ। ਤੁਸੀਂ ਮੇਰੇ ਨਾਲ ਬਹੁਤ ਵੱਡੀ ਨੇਕੀ ਕੀਤੀ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਘਰ ਵਿੱਚ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਾ ਲੱਗੇ ਕਿ ਅਸੀਂ ਅਲੱਗ-ਅਲੱਗ ਕਮਰੇ ਵਿੱਚ ਸੌਂਦੇ ਹਾਂ। ਤੁਸੀਂ ਫਿਕਰ ਨਾ ਕਰੋ, ਜਲਦੀ ਹੀ ਨੇਹਾ ਇਸ ਘਰ ਵਿੱਚ ਘੁਲ ਮਿਲ ਜਾਵੇਗੀ ਅਤੇ ਆਪਣੀ ਜਿੱਦ ਛੱਡ ਦੇਵੇਗੀ। ਮੈਂ ਮੁਸਕਰਾ ਪਿਆ ਤੇ ਕਿਹਾ, ਰੇਖਾ ਤੈਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਮੈਂ ਤੇਰੀ ਹਾਲਤ ਸਮਝਦਾ ਹਾਂ। ਵੈਸੇ ਵੀ ਕੱਲ੍ਹ ਤੱਕ ਮਹਿਮਾਨ ਵਾਪਸ ਚਲੇ ਜਾਣਗੇ, ਫਿਰ ਅਸੀਂ ਤਿੰਨੇ ਹੀ ਤਾਂ ਇਸ ਘਰ ਵਿੱਚ ਰਹਿ ਜਾਵਾਂਗੇ। ਇੰਨਾ ਕਹਿ ਕੇ ਮੈਂ ਡਰੀ ਸਹਿਮੀ ਨੇਹਾ ਉੱਪਰ ਨਜ਼ਰ ਮਾਰ ਕੇ ਬਾਹਰ ਨਿਕਲ ਆਇਆ ਸੀ। ਮੈਂ ਰੇਖਾ ਨੂੰ ਤਸੱਲੀ ਦੇ ਆਇਆ ਸੀ, ਪਰ ਖੁਦ ਨੂੰ ਤਸੱਲੀ ਕਿੱਦਾਂ ਦਿੰਦਾ। ਮੇਰੇ ਦਿਲ ਵਿੱਚ ਵਾਰ-ਵਾਰ ਇਹੀ ਆ ਰਿਹਾ ਸੀ ਕਿ ਨੇਹਾ ਇੱਦਾਂ ਹੀ ਹਮੇਸ਼ਾ ਮੇਰੀਆਂ ਖੁਸ਼ੀਆਂ ਦੇ ਵਿਚਕਾਰ ਹਾਜ਼ਰ ਰਹੇਗੀ। ਮੈਂ ਨੇਕੀ ਕਰਕੇ ਆਪਣਾ ਹੀ ਨੁਕਸਾਨ ਤਾਂ ਨਹੀਂ ਕਰ ਲਿਆ ਸੀ। ਮੈਂ ਬੜੀ ਕੋਸ਼ਿਸ਼ ਕਰਕੇ ਆਪਣੇ ਦਿਲੋਂ ਦਿਮਾਗ ਵਿੱਚੋਂ ਇਹ ਖਿਆਲ ਕੱਢੇ। ਮੈਂ ਜਾਣਦਾ ਸੀ ਕਿ ਬੱਚੇ ਇੱਦਾਂ ਦੇ ਹੀ ਹੁੰਦੇ ਹਨ। ਉਹ ਇਹ ਦੇਖਣਾ ਵੀ ਗਵਾਰਾ ਨਹੀਂ ਸਮਝਦੇ ਕਿ ਉਹਨਾਂ ਦਾ ਪਿਆਰਾ ਸ਼ਖਸ ਕਿਸੇ ਹੋਰ ਨਾਲ ਗੱਲ ਵੀ ਕਰੇ। ਇਸ ਕਰਕੇ ਮੈਂ ਨੇਹਾ ਦਾ ਭਰਪੂਰ ਖਿਆਲ ਰੱਖਣ ਲੱਗ ਪਿਆ। ਉਹ ਬਹੁਤ ਮਾਸੂਮ ਅਤੇ ਡਰੀ ਸਹਿਮੀ ਲੜਕੀ ਸੀ। ਇਸ ਕਿਸਮ ਦੇ ਬੱਚਿਆਂ 'ਤੇ ਤਾਂ ਮੈਨੂੰ ਉੱਦਾਂ ਵੀ ਬਹੁਤ ਤਰਸ ਆਉਂਦਾ ਸੀ। ਮੈਂ ਇਹੀ ਸੋਚ ਕੇ ਪਰੇਸ਼ਾਨ ਹੋ ਜਾਂਦਾ ਸੀ ਕਿ ਨਾ ਜਾਣੇ ਇਸ ਨੇ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਵਿੱਚ ਕੀ ਸਹਿਆ ਹੈ ਜੋ ਇੱਦਾਂ ਦੀ ਹੋ ਗਈ ਹੈ। ਨੇਹਾ ਦੇ ਮੁਕਾਬਲੇ ਰੇਖਾ ਦੀ ਸ਼ਖਸੀਅਤ ਬਹੁਤ ਜਾਨਦਾਰ ਸੀ। ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਮੁਕਾਬਲਾ ਹੱਸ ਕੇ ਕਰਦੀ ਸੀ। ਸਾਡੇ ਵਿਆਹ ਨੂੰ ਪੂਰਾ 1 ਹਫ਼ਤਾ ਹੋ ਗਿਆ ਸੀ, ਪਰ ਨੇਹਾ ਅਜੇ ਵੀ ਰੇਖਾ ਦੇ ਨਾਲ ਹੀ ਸੌਂਦੀ ਸੀ, ਜਦ ਕਿ ਮੈਂ ਦੂਸਰੇ ਕਮਰੇ ਵਿੱਚ ਪਿਆ ਰਹਿੰਦਾ ਸੀ। ਮੈਂ ਕੁਝ ਦਿਨ ਠਹਿਰ ਕੇ ਨੇਹਾ ਦੇ ਲਈ ਇੱਕ ਸਕੂਲ ਬੈਗ ਲੈ ਆਇਆ ਸੀ। ਮੈਂ ਘਰ ਪਹੁੰਚਿਆ ਤਾਂ ਰੇਖਾ ਘਰ ਦੇ ਕੰਮ ਕਰ ਰਹੀ ਸੀ ਤੇ ਨੇਹਾ ਮੰਜੇ 'ਤੇ ਬੈਠੀ ਆਪਣੀ ਭੈਣ ਦੇ ਵੱਲ ਵੇਖੀ ਜਾ ਰਹੀ ਸੀ। ਮੈਂ ਚਿਹਰੇ 'ਤੇ ਮੁਸਕਰਾਹਟ ਸਜਾ ਕੇ ਨੇਹਾ ਦੇ ਕੋਲ ਪਈ ਕੁਰਸੀ 'ਤੇ ਜਾ ਕੇ ਬੈਠ ਗਿਆ। ਮੈਨੂੰ ਦੇਖ ਕੇ ਰੇਖਾ ਦੀ
ਰੇਖਾ ਵੀ ਮੇਰੇ ਕੋਲ ਆ ਕੇ ਖੜੀ ਹੋ ਗਈ ਸੀ। ਫਿਰ ਮੈਂ ਨੇਹਾ ਨੂੰ ਕਿਹਾ, ਨੇਹਾ ਦੇਖੋ ਮੈਂ ਤੇਰੇ ਲਈ ਤੋਹਫਾ ਲੈ ਕੇ ਆਇਆ ਹਾਂ। ਨੇਹਾ ਮੈਨੂੰ ਦੇਖ ਕੇ ਰੋਣ ਲੱਗ ਪਈ ਅਤੇ ਭੱਜ ਕੇ ਜਾ ਕੇ ਆਪਣੀ ਭੈਣ ਦੇ ਪਿੱਛੇ ਜਾ ਕੇ ਲੁਕ ਗਈ। ਮੈਂ ਹੈਰਾਨ ਸੀ ਕਿ ਉਹ ਇੱਦਾਂ ਕਿਉਂ ਕਰਦੀ ਆ। ਉਹ ਹਰ ਸਮੇਂ ਖੁਦ ਨੂੰ ਲੁਕੋ ਕੇ ਕਿਉਂ ਰੱਖਦੀ ਆ। ਪਰ ਮੈਂ ਇਹ ਨਹੀਂ ਜਾਣਦਾ ਸੀ ਕਿ ਜਦੋਂ ਮੈਨੂੰ ਇਸ ਕਿਉਂ ਦਾ ਜਵਾਬ ਮਿਲੇਗਾ ਤਾਂ ਮੈਨੂੰ ਖੁਦ ਇੰਨਾ ਵੱਡਾ ਝਟਕਾ ਲੱਗੇਗਾ। ਮੇਰੀ ਸਾਰੀ ਸ਼ਖਸੀਅਤ ਹਿੱਲ ਕੇ ਰਹਿ ਜਾਵੇਗੀ। ਮੈਂ ਉੱਠ ਕੇ ਖੜਾ ਹੋ ਗਿਆ ਤੇ ਬੋਲਿਆ, ਨੇਹਾ ਬੇਟੀ ਇੱਧਰ ਆਓ, ਮੇਰੀ ਗੱਲ ਸੁਣੋ। ਮੈਂ ਤੇਰੇ ਵਾਸਤੇ ਇੱਕ ਤੋਹਫਾ ਲੈ ਕੇ ਆਇਆ ਹਾਂ। ਮੇਰੀ ਆਵਾਜ਼ ਸੁਣ ਕੇ ਨੇਹਾ ਹੋਰ ਡਰ ਰਹੀ ਸੀ। ਮੈਂ ਸਵਾਲੀਆ ਨਜ਼ਰ ਨਾਲ ਰੇਖਾ ਦੇ ਵੱਲ ਦੇਖਿਆ ਤਾਂ ਉਹ ਮੈਨੂੰ ਗੁੱਸੇ ਵਿੱਚ ਲੱਗ ਰਹੀ ਸੀ। ਉਹ ਬੋਲੀ, ਵਿਜੇ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਤੁਸੀਂ ਮੇਰੀ ਭੈਣ ਤੋਂ ਦੂਰ ਰਹੋ। ਤੁਸੀਂ ਮੇਰੇ ਪਤੀ ਹੋ ਪਰ ਨੇਹਾ ਦੇ ਲਈ ਤਾਂ ਗੈਰ ਮਰਦ ਹੀ ਹੋ। ਇਸ ਕਰਕੇ ਤੁਸੀਂ ਇਸ ਦੇ ਨਾਲ ਕੋਈ ਗੱਲਬਾਤ ਨਾ ਕਰਿਆ ਕਰੋ। ਮੈਨੂੰ ਰੇਖਾ ਦੀ ਗੱਲ ਬਹੁਤ ਬੁਰੀ ਲੱਗੀ। ਮੈਂ ਤਾਂ ਨੇਹਾ ਨੂੰ ਆਪਣੀ ਛੋਟੀ ਭੈਣ ਸਮਝਦਾ ਸੀ ਪਰ ਰੇਖਾ ਦਾ ਰਵੱਈਆ ਬਹੁਤ ਪਰੇਸ਼ਾਨੀ ਵਾਲਾ ਸੀ। ਮੈਨੂੰ ਵੀ ਗੁੱਸਾ ਆ ਗਿਆ ਸੀ ਤੇ ਕਿਹਾ, ਰੇਖਾ ਜੇ ਤੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਨੇਹਾ ਦੇ ਲਈ ਗੈਰ ਮਰਦ ਹਾਂ ਫਿਰ ਤੂੰ ਕਿਸੇ ਗੈਰ ਮਰਦ ਦੇ ਘਰ ਆਪਣੀ ਭੈਣ ਨੂੰ ਆਪਣੇ ਨਾਲ ਲਿਆਈ ਹੀ ਕਿਉਂ। ਇੰਨਾ ਕਹਿ ਕੇ ਮੈਂ ਘਰ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਕਰਕੇ ਘਰੋਂ ਬਾਹਰ ਆ ਗਿਆ। ਬਾਹਰ ਨਿਕਲ ਕੇ ਮੈਂ ਸੜਕਾਂ ਦੀ ਖਾਕ ਛਾਣਦਾ ਰਿਹਾ। ਮੈਨੂੰ ਰਹਿ ਕੇ ਆਪਣੇ ਸਖਤ ਰਵੱਈਏ ਦੇ ਸ਼ਰਮਿੰਦਗੀ ਆ ਰਹੀ ਸੀ। ਨੇਹਾ ਮੇਰੇ ਉੱਪਰ ਜ਼ਬਰਦਸਤੀ ਤਾਂ ਨਹੀਂ ਸੌਂਪੀ ਗਈ ਸੀ ਜੋ ਮੈਂ ਇੱਦਾਂ ਰੇਖਾ ਨੂੰ ਤਾਨੇ ਦੇਣ ਲੱਗ ਪਿਆ ਸੀ। ਉਹ ਤਾਂ ਮੇਰੀ ਮੁਕੰਮਲ ਰਜ਼ਾਮੰਦੀ ਦੇ ਨਾਲ ਮੇਰੇ ਘਰ ਆਈ ਸੀ। ਘਰ ਵਿੱਚ ਅਸੀਂ 3 ਲੋਕ ਤਾਂ ਸੀ। ਇਸ ਤੋਂ ਪਹਿਲਾਂ ਮੇਰੇ ਘਰ ਵਿੱਚ ਸन्नाटे ਤੇ ਖਾਮੋਸ਼ੀ ਦਾ ਹੀ ਰਾਜ ਸੀ। ਮੇਰੇ ਮਾਂ ਦਾ 2 ਸਾਲ ਪਹਿਲਾਂ ਹੀ ਇੰਤਕਾਲ ਹੋ ਗਿਆ ਸੀ। ਉਹਨਾਂ ਦੇ ਗੁਜ਼ਰ ਜਾਣ ਤੋਂ ਬਾਅਦ ਜ਼ਿੰਦਗੀ ਨੇ ਮੈਨੂੰ ਕੜੀ ਧੁੱਪ ਵਿੱਚ ਆ ਕੇ ਖੜਾ ਦਿੱਤਾ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਉੱਪਰ ਹੀ ਸੀ। ਮੈਂ ਕੁਆਰਾ ਸੀ, ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਇਸ ਕਰਕੇ ਕੋਈ ਕੰਮ ਵਾਲੀ ਵੀ ਮੇਰੇ ਘਰ ਕੰਮ ਕਰਨ ਲਈ ਹਾਮੀ ਨਹੀਂ ਭਰਦੀ ਸੀ। ਮੇਰੇ ਇੱਕ ਦੋਸਤ ਦੇ ਵਿਆਹ ਕਰਨ ਦੀ ਸਲਾਹ ਦਿੱਤੀ ਤਾਂ ਮੈਂ ਆਪਣੇ ਰਿਸ਼ਤੇ ਦੀ ਵੀ ਜ਼ਿੰਮੇਵਾਰੀ ਉਹਦੇ ਉੱਪਰ ਪਾ ਦਿੱਤੀ। ਮੇਰੇ ਦੋਸਤ ਨੇ ਦੱਸਿਆ ਸੀ ਕਿ ਉਹਨਾਂ ਦੇ ਜਾਣਨ ਵਾਲਿਆਂ ਵਿੱਚ ਇੱਕ ਯਤੀਮ ਲੜਕੀ ਹੈ ਪਰ ਉਹਦੇ ਨਾਲ ਉਸ ਦੀ ਛੋਟੀ ਭੈਣ ਵੀ ਵਿਦਾ ਹੋ ਕੇ ਆਏਗੀ। ਮੈਂ ਖੁੱਲ੍ਹੇ ਦਿਲ ਨਾਲ ਖੁਸ਼ ਹੋ ਕੇ ਹਾਮੀ ਭਰ ਦਿੱਤੀ ਸੀ ਕਿਉਂਕਿ ਰੱਬ ਦੀ ਮਿਹਰ ਸਦਕਾ ਮੈਂ ਇੰਨਾ ਕਮਾ ਲੈਂਦਾ ਸੀ ਕਿ ਉਸ ਦਾ ਖਰਚਾ ਚੁੱਕ ਸਕਦਾ ਸੀ। ਪਰ ਮੈਂ ਕਿੱਥੇ ਜਾਣਦਾ ਸੀ ਕਿ ਨੇਹਾ ਤਾਂ ਇੱਕ ਅਜੀਬ ਕਿਸਮ ਦੀ ਬੱਚੀ ਹੋਵੇਗੀ। ਉਹ ਤਾਂ ਮੇਰੇ ਗਲੇ ਦੀ ਹੱਡੀ ਬਣ ਜਾਵੇਗੀ ਜੋ ਮੇਰੇ ਕੋਲੋਂ ਨਾ ਬਾਹਰ ਕੱਢੀ ਜਾਵੇਗੀ ਨਾ ਹੀ ਅੰਦਰ ਲੰਘਾਈ ਜਾਵੇਗੀ। ਪਰ ਮੈਂ ਫੈਸਲਾ ਲਿਆ ਸੀ ਕਿ ਮੈਂ ਥੋੜ੍ਹੇ ਦਿਨਾਂ ਤੱਕ ਸਬਰ ਨਾਲ ਕੰਮ ਲੈ ਕੇ ਦੇਖਦਾ ਹਾਂ ਕਿ ਨੇਹਾ ਦਾ ਰਵੱਈਆ ਠੀਕ ਹੁੰਦਾ ਹੈ ਜਾਂ ਨਹੀਂ। ਫਿਰ ਮੈਂ ਕਿਸੇ ਕਿਸਮ ਦੇ ਨਤੀਜੇ 'ਤੇ ਪਹੁੰਚਾਂਗਾ। ਮੈਂ ਰਾਤ ਪਈ ਤੇ ਘਰ ਵਾਪਸ ਜਾਣ ਲੱਗਾ ਤਾਂ ਹੋਟਲ ਤੋਂ ਖਾਣਾ ਵੀ ਲੈ ਗਿਆ। ਮੈਂ ਜਾਣਦਾ ਸੀ ਕਿ ਰੇਖਾ ਮੇਰੇ ਨਾਲ ਨਾਰਾਜ਼ ਹੋਵੇਗੀ। ਮੈਂ ਘਰ ਦੇ ਦਰਵਾਜ਼ੇ 'ਤੇ ਖੜਾ ਸੀ ਜਦੋਂ ਮੇਰੇ ਕੰਨਾਂ ਵਿੱਚ ਨੇਹਾ ਦੀ ਆਵਾਜ਼ ਗੂੰਜੀ। ਉਹ ਕਹਿ ਰਹੀ ਸੀ, ਰੇਖਾ ਕੀ ਤੇਰਾ ਤਲਾਕ ਹੋ ਜਾਵੇਗਾ। ਤੂੰ ਮੇਰੇ ਨਾਲ ਵਾਪਸ ਚਲੀ ਜਾਵੇਂਗੀ ਜਿੱਥੇ ਸਿਰਫ ਤੂੰ ਤੇ ਮੈਂ ਹੀ ਰਹਾਂਗੇ। ਕਿਸੇ ਤੀਸਰੇ ਦਾ ਵਜੂਦ ਬਰਦਾਸ਼ਤ ਨਹੀਂ ਕਰਨਾ ਪਵੇਗਾ। ਰੇਖਾ ਇੱਕਦਮ ਗੁੱਸੇ ਨਾਲ ਬੋਲੀ ਸੀ, ਆਪਣੀ ਬਕਵਾਸ ਬੰਦ ਕਰੋ ਨੇਹਾ। ਨੇਹਾ ਦੇ ਹੱਸਣ ਦੀ ਆਵਾਜ਼ ਆਈ ਸੀ ਕਿ ਹੁਣ ਤਾਂ ਤੇਰਾ ਉਹ ਖੜੂਸ ਪਤੀ ਵੀ ਘਰ ਨਹੀਂ ਹੈ। ਹੁਣ ਤਾਂ ਮੈਨੂੰ ਮੇਰੇ ਅਸਲੀ ਨਾਮ ਨਾਲ ਬੁਲਾ। ਮੈਂ ਨੇਹਾ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਸੀ। ਨੇਹਾ ਦਾ ਕੋਈ ਹੋਰ ਨਾਮ ਵੀ ਸੀ ਜੋ ਮੇਰੇ ਕੋਲੋਂ ਲੁਕੋਇਆ ਗਿਆ ਸੀ। ਪਰ ਕਿਉਂ? ਮੇਰੇ ਦਿਮਾਗ ਵਿੱਚ ਇੰਨੇ ਸਵਾਲ ਜਮ੍ਹਾਂ ਹੋ ਗਏ ਸੀ ਕਿ ਹੁਣ ਮੈਨੂੰ ਘੁਟਨ ਮਹਿਸੂਸ ਹੋਣ ਲੱਗ ਪਈ ਸੀ। ਮੈਂ ਦਰਵਾਜ਼ਾ ਖੋਲ੍ਹਿਆ ਅਤੇ ਘਰ ਦੇ ਅੰਦਰ ਦਾਖਲ ਹੋ ਗਿਆ। ਰੇਖਾ ਦੀ ਨਜ਼ਰ ਮੇਰੇ ਉੱਪਰ ਪਈ ਤਾਂ ਉਹ ਭੱਜ ਕੇ ਮੇਰੇ ਕੋਲ ਆਈ ਅਤੇ ਬੋਲੀ, ਵਿਜੇ ਤੁਸੀਂ ਕਿੱਥੇ ਰਹਿ ਗਏ ਸੀ। ਤੁਹਾਡੀ ਬਹੁਤ ਫਿਕਰ ਹੋ ਰਹੀ ਸੀ ਮੈਨੂੰ। ਮੈਂ ਦੇਖ ਕੇ ਖੁਸ਼ ਹੋ ਗਿਆ ਕਿ ਰੇਖਾ ਦੇ ਚਿਹਰੇ 'ਤੇ ਨਾਰਾਜ਼ਗੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਅਸੀਂ ਦੋਨੋਂ ਗੱਲਾਂ ਕਰ ਰਹੇ ਸੀ ਕਿ ਨੇਹਾ ਇੱਕ ਵਾਰ ਫਿਰ ਤੋਂ ਰੋਣ ਲੱਗ ਪਈ ਅਤੇ ਬੋਲੀ, ਰੇਖਾ ਤੂੰ ਇਸ ਦੇ ਨਾਲ ਗੱਲ ਨਾ ਕਰ। ਇਹ ਮੈਨੂੰ ਗੁੱਸੇ ਨਾਲ ਵੇਖਦਾ ਤੇਰਾ ਪਤੀ ਗੰਦਾ ਹੈ। ਰੇਖਾ ਨੇ ਮੇਰੇ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਿਆ ਸੀ। ਮੈਂ ਆਪਣੀ ਸਫਾਈ ਦਿੱਤੀ ਅਤੇ ਕਿਹਾ, ਕਿਉਂ ਨੇਹਾ ਮੇਰੇ ਬੱਚੇ ਮੈਂ ਤੈਨੂੰ ਕਿਉਂ ਘੂਰਾਂਗਾ। ਰੇਖਾ ਬੋਲੀ, ਵਿਜੇ ਮੈਂ ਤੁਹਾਨੂੰ ਕਿਹਾ ਵੀ ਹੈ ਕਿ ਮੇਰੀ ਭੈਣ ਨਾਲ ਗੱਲ ਨਾ ਕਰਿਆ ਕਰੋ। ਅਤੇ ਫਿਰ ਨੇਹਾ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਗਈ ਅਤੇ ਮੈਂ ਉੱਥੇ ਹੀ ਉਦਾਸ ਜਿਹਾ ਖੜਾ ਰਹਿ ਗਿਆ। ਪਰ ਹੁਣ ਮੈਨੂੰ ਇੱਦਾਂ ਲੱਗਣ ਲੱਗ ਪਿਆ ਸੀ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਮੈਂ ਤਾਂ ਇਹ ਸਭ ਹਰਕਤਾਂ ਨੂੰ ਨੇਹਾ ਦਾ ਬਚਪਨਾ ਸਮਝ ਰਿਹਾ ਸੀ ਪਰ ਇੱਥੇ ਤਾਂ ਕਿੱਸਾ ਹੀ ਕੁਝ ਹੋਰ ਸੀ। ਮੇਰੇ ਦਿਲ ਵਿੱਚ ਸ਼ੱਕ ਪੈਦਾ ਹੋ ਚੁੱਕਿਆ ਸੀ ਅਤੇ ਮੈਂ ਸੋਚ ਲਿਆ ਸੀ ਕਿ ਰੇਖਾ ਨਾਲ ਸਖਤੀ ਕਰਾਂਗਾ ਤਾਂ ਉਹ ਖੁਦ ਹੀ ਆਪਣਾ ਰਾਜ਼ ਖੋਲ੍ਹ ਦੇਵੇਗੀ। ਸਵੇਰੇ ਰੇਖਾ ਜਦੋਂ ਰੋਜ਼ ਦੀ ਤਰ੍ਹਾਂ ਨਾਸ਼ਤਾ ਬਣਾ ਰਹੀ ਸੀ ਜਦੋਂ ਰੁਕ ਕੇ ਬੋਲੀ, ਵਿਜੇ ਤੁਸੀਂ ਨੇਹਾ ਦੇ ਲਈ ਸਕੂਲ ਬੈਗ ਕਿਉਂ ਲੈ ਕੇ ਆਏ ਸੀ। ਮੈਂ ਰੇਖਾ ਦੇ ਕੱਲ੍ਹ ਵਾਲੇ ਰਵੱਈਏ ਦੇ ਕਾਰਨ ਉਦਾਸ ਸੀ। ਇਸ ਕਰਕੇ ਮਾੜਾ ਮੋਟਾ ਜਵਾਬ ਦਿੱਤਾ ਕਿ ਮੈਂ ਚਾਹੁੰਦਾ ਹਾਂ ਕਿ ਨੇਹਾ ਆਪਣੀ ਪੜ੍ਹਾਈ ਜਾਰੀ ਰੱਖੇ। ਰੇਖਾ ਹੱਸ ਪਈ
ਪੜ੍ਹਾਈ ਤੇ ਬੋਲੀ, ਕਿਹੜੀ ਪੜ੍ਹਾਈ? ਨੇਹਾ ਨੇ ਤਾਂ ਕਦੀ ਸਕੂਲ ਦਾ ਮੂੰਹ ਵੀ ਨਹੀਂ ਵੇਖਿਆ। ਇਸ ਨੂੰ ਪੜ੍ਹਾਈ ਦਾ ਸ਼ੌਂਕ ਹੀ ਨਹੀਂ ਹੈ, ਇਸ ਕਰਕੇ ਅਸੀਂ ਇਸ ਨੂੰ ਸਕੂਲ ਵਿੱਚ ਦਾਖਲ ਹੀ ਨਹੀਂ ਕਰਵਾਇਆ ਸੀ। ਮੈਨੂੰ ਰੇਖਾ ਦੀ ਗੱਲ ਚੰਗੀ ਨਹੀਂ ਲੱਗੀ ਸੀ, ਪਰ ਮੇਰਾ ਮੂਡ ਪਹਿਲਾਂ ਹੀ ਖਰਾਬ ਸੀ, ਇਸ ਕਰਕੇ ਮੈਂ ਕਿਸੇ ਵੀ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਮੈਂ ਆਪਣਾ ਨਾਸ਼ਤਾ ਖਤਮ ਕੀਤਾ ਅਤੇ ਆਪਣੇ ਆਫਿਸ ਦੇ ਲਈ ਨਿਕਲ ਗਿਆ। ਨੇਹਾ ਦੀਆਂ ਹਰਕਤਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸੀ। ਉਸ ਦੀਆਂ ਅਜੀਬੋ-ਗਰੀਬ ਹਰਕਤਾਂ, ਮੈਨੂੰ ਦੇਖਦੇ ਹੀ ਰੋਣ ਲੱਗ ਪੈਣਾ, ਫਿਰ ਮੇਰੇ ਅਤੇ ਰੇਖਾ ਦੇ ਝਗੜੇ 'ਤੇ ਖੁਸ਼ ਹੋਣਾ। ਇਹ ਸਭ ਕੀ ਸੀ? ਨੇਹਾ ਕੋਈ ਛੋਟੀ ਬੱਚੀ ਤਾਂ ਹੈ ਹੀ ਨਹੀਂ ਸੀ, ਉਹ ਪੂਰੇ 16 ਸਾਲ ਦੀ ਸੀ। ਇਸ ਉਮਰ ਵਿੱਚ ਤਾਂ ਲੜਕੀਆਂ ਬਹੁਤ ਸਮਝਦਾਰ ਅਤੇ ਸੁਲਝੀਆਂ ਹੋਈਆਂ ਹੁੰਦੀਆਂ ਨੇ। ਯਕੀਨਨ ਇੱਥੇ ਮਾਮਲਾ ਇੰਨਾ ਸਿੱਧਾ ਨਹੀਂ ਸੀ ਜਿੰਨਾ ਮੈਨੂੰ ਲੱਗ ਰਿਹਾ ਸੀ। ਸ਼ਾਮ ਨੂੰ ਮੈਂ ਘਰ ਆ ਗਿਆ ਤਾਂ ਨੇਹਾ ਮੈਨੂੰ ਦੇਖ ਕੇ ਬਹੁਤ ਅਜੀਬ ਹਰਕਤਾਂ ਕਰਦੀ ਸੀ। ਜਦੋਂ ਮੈਂ ਰੇਖਾ ਨਾਲ ਗੱਲ ਕਰ ਰਿਹਾ ਸੀ ਤਾਂ ਨੇਹਾ ਉਸ ਦਾ ਹੱਥ ਫੜ ਕੇ ਉਸ ਨੂੰ ਅੰਦਰ ਲੈ ਗਈ। ਫਿਰ ਥੋੜ੍ਹੀ ਦੇਰ ਬਾਅਦ ਰੇਖਾ ਬਾਹਰ ਆਈ ਅਤੇ ਬੋਲੀ, ਵਿਜੇ ਤੁਸੀਂ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲ ਜਾਣਾ, ਫਿਰ ਅਸੀਂ ਵੀ ਦੋਨੋਂ ਭੈਣਾਂ ਖਾਣਾ ਖਾ ਲਵਾਂਗੇ। ਨੇਹਾ ਜ਼ਿੱਦ ਕਰ ਰਹੀ ਹੈ, ਜਦੋਂ ਤੱਕ ਤੁਸੀਂ ਬਾਹਰ ਬੈਠੇ ਹੋ ਕਮਰੇ 'ਚੋਂ ਬਾਹਰ ਨਹੀਂ ਆਵੇਗੀ। ਮੈਨੂੰ ਗੁੱਸਾ ਤਾਂ ਬਹੁਤ ਆਇਆ ਸੀ, ਪਰ ਖੁਦ 'ਤੇ ਕਾਬੂ ਰੱਖ ਕੇ ਬੋਲਿਆ, ਠੀਕ ਹੈ ਨੇਹਾ, ਬਾਅਦ ਵਿੱਚ ਖਾਣਾ ਖਾ ਲਵੇਗੀ, ਪਰ ਘੱਟੋ ਘੱਟ ਤੂੰ ਤਾਂ ਖਾਣਾ ਮੇਰੇ ਨਾਲ ਖਾ, ਮੇਰੇ ਕੋਲ ਆ ਕੇ ਬੈਠ। ਰੇਖਾ ਦੇ ਜਵਾਬ ਨੇ ਮੇਰੇ ਅੰਦਰ ਅੱਗ ਲਗਾ ਦਿੱਤੀ ਸੀ। ਉਹ ਬੋਲੀ, ਵਿਜੇ ਤੁਹਾਨੂੰ ਤਾਂ ਪਤਾ ਹੈ ਕਿ ਨੇਹਾ ਕਿੰਨੀ ਜ਼ਿੱਦੀ ਹੈ, ਘਰ 'ਚ ਤੂਫਾਨ ਲੈ ਆਵੇਗੀ, ਇਸ ਕਰਕੇ ਤੁਸੀਂ ਮੇਰੀ ਗੱਲ ਮੰਨ ਲਓ। ਉਹ ਇੰਨਾ ਕਹਿ ਕੇ ਕਮਰੇ ਵਿੱਚ ਚਲੀ ਗਈ। ਹੁਣ ਮੈਂ ਆਪਣੇ ਆਪੇ ਤੋਂ ਬਾਹਰ ਹੋ ਗਿਆ ਸੀ। ਮੈਂ ਖੁਦ 'ਤੇ ਕਾਬੂ ਨਾ ਪਾ ਸਕਿਆ ਅਤੇ ਕਮਰੇ ਦੇ ਵੱਲ ਵਧਿਆ। ਰੇਖਾ ਦੀ ਆਵਾਜ਼ ਆ ਰਹੀ ਸੀ, ਉਹ ਨੇਹਾ ਨੂੰ ਕੋਸ ਰਹੀ ਸੀ। ਉਹ ਕਹਿ ਰਹੀ ਸੀ, ਨੇਹਾ, ਕਾਸ਼ ਮਾਂ ਪਿਤਾ ਜੀ ਦੇ ਨਾਲ ਤੂੰ ਵੀ ਮਰ ਜਾਂਦੀ, ਘੱਟੋ ਘੱਟ ਮੇਰੀ ਜ਼ਿੰਦਗੀ ਤਾਂ ਨਰਕ ਨਾ ਬਣਦੀ। ਨਾ ਜਾਣੇ ਤੂੰ ਮੇਰੇ ਕਿਸ ਗੁਨਾਹ ਦੀ ਸਜ਼ਾ ਹੈ। ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ ਅਤੇ ਨੇਹਾ ਨੂੰ ਬਾਂਹ ਤੋਂ ਫੜ ਕੇ ਖਿੱਚਦਾ ਹੋਇਆ ਬਾਹਰ ਲੈ ਆਇਆ ਸੀ। ਰੇਖਾ ਵੀ ਬੁਖਲਾ ਗਈ ਸੀ। ਉਹ ਮੇਰੇ ਪਿੱਛੇ ਭੱਜੀ ਅਤੇ ਬੋਲੀ, ਵਿਜੇ ਇਹ ਤੁਸੀਂ ਕੀ ਕਰ ਰਹੇ ਹੋ? ਛੱਡੋ ਮੇਰੀ ਭੈਣ ਨੂੰ, ਤੁਸੀਂ ਆਪਣੇ ਹੋਸ਼ ਵਿੱਚ ਤਾਂ ਹੋ। ਪਰ ਸੱਚ ਗੱਲ ਤਾਂ ਇਹ ਸੀ ਕਿ ਮੈਂ ਹਰਗਿਜ਼ ਵੀ ਆਪਣੇ ਹੋਸ਼ ਵਿੱਚ ਨਹੀਂ ਸੀ। ਜੇਕਰ ਹੋਸ਼ ਵਿੱਚ ਹੁੰਦਾ ਤਾਂ ਇਹ ਸਭ ਨਹੀਂ ਕਰਦਾ। ਮੈਂ ਨੇਹਾ ਨੂੰ ਇੱਕ ਅਲੱਗ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਅਤੇ ਰੇਖਾ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਆਇਆ ਸੀ ਅਤੇ ਕਿਹਾ, ਹੁਣ ਮੈਨੂੰ ਸੱਚ-ਸੱਚ ਦੱਸ, ਤੇਰੀ ਭੈਣ ਇਹ ਸਭ ਕਿਉਂ ਕਰਦੀ ਹੈ? ਰੇਖਾ ਦਾ ਚਿਹਰਾ ਫਿੱਕਾ ਪੈ ਗਿਆ। ਉਹ ਲਗਾਤਾਰ ਰੋਈ ਜਾ ਰਹੀ ਸੀ। ਉਹ ਬੋਲੀ, ਤੁਹਾਨੂੰ ਰੱਬ ਦਾ ਵਾਸਤਾ ਵਿਜੇ, ਮੇਰੀ ਭੈਣ ਨੂੰ ਛੱਡ ਦੇ। ਉਹ ਬਹੁਤ ਡਰਪੋਕ ਹੈ, ਉਹ ਡਰ ਨਾਲ ਮਰ ਜਾਵੇਗੀ। ਉਹ ਇੱਕ ਰਾਤ ਤਾਂ ਕੀ ਇੱਕ ਪਲ ਵੀ ਮੇਰੇ ਬਿਨਾਂ ਨਹੀਂ ਗੁਜ਼ਾਰ ਸਕਦੀ। ਮੈਂ ਚੀਖ ਕੇ ਬੋਲਿਆ, ਕਿਉਂ? ਅੱਜ ਕੱਲ੍ਹ ਤਾਂ ਛੋਟੇ-ਛੋਟੇ ਬੱਚੇ ਵੀ ਆਪਣੀ ਮਾਂ ਤੋਂ ਬਿਨਾਂ ਰਹਿ ਲੈਂਦੇ ਨੇ। ਇਹ ਕਿਸ ਕਿਸਮ ਦਾ ਭੈਣਚਾਰਾ ਕਿ ਤੇਰੀ ਭੈਣ ਤੇਰਾ ਸਾਇਆ ਬਣ ਗਈ? ਮੈਨੂੰ ਇਹ ਸਭ ਬਿਲਕੁਲ ਵੀ ਪਸੰਦ ਨਹੀਂ ਆ ਅਤੇ ਨਾ ਹੀ ਮੈਂ ਇਹ ਸਭ ਬਰਦਾਸ਼ਤ ਕਰਾਂਗਾ। ਮੈਂ ਰੇਖਾ ਨੂੰ ਘੂਰ ਕੇ ਦੇਖਿਆ ਅਤੇ ਕਿਹਾ, ਤੂੰ ਆਪਣਾ ਇਹ ਰੋਣਾ ਧੋਣਾ ਬੰਦ ਕਰ। ਪਰ ਉਸ ਦੇ ਰੋਣ ਵਿੱਚ ਹੋਰ ਤੇਜ਼ੀ ਆਉਣ ਲੱਗ ਪਈ। ਮੈਂ ਰੇਖਾ ਦੇ ਕਮਰੇ 'ਚੋਂ ਬਾਹਰ ਆ ਗਿਆ ਅਤੇ ਬਾਹਰੋਂ ਕੁੰਡੀ ਲਗਾ ਕੇ ਆਪਣੇ ਕਮਰੇ ਵਿੱਚ ਆ ਗਿਆ। ਪਰ ਉਹ ਦੋਨੋਂ ਭੈਣਾਂ ਇੰਨੀ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਂਦੀਆਂ ਸੀ, ਇੱਦਾਂ ਲੱਗ ਰਿਹਾ ਸੀ ਉਹ ਦਰਵਾਜ਼ਾ ਹੀ ਤੋੜ ਦੇਣਗੀਆਂ। ਕਈ ਘੰਟੇ ਇਹ ਸਭ ਕੁਝ ਚੱਲਦਾ ਰਿਹਾ। ਫਿਰ ਸਵੇਰੇ ਤੜਕੇ ਦਾ ਵੇਲਾ ਸੀ ਜਦੋਂ ਇੱਕਦਮ ਸ਼ਾਂਤੀ ਹੋ ਗਈ। ਮੈਂ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਕੇ ਨੇਹਾ ਦੇ ਕਮਰੇ ਵੱਲ ਨੂੰ ਚੱਲ ਪਿਆ। ਮੈਂ ਉਹਦੇ ਕੋਲੋਂ ਮਾਫ਼ੀ ਮੰਗ ਕੇ ਉਸ ਨੂੰ ਰੇਖਾ ਦੇ ਕੋਲ ਲੈ ਕੇ ਜਾਣਾ ਚਾਹੁੰਦਾ ਸੀ, ਪਰ ਮੈਂ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਮੇਰੇ ਹੋਸ਼ ਹੀ ਉੱਡ ਗਏ, ਕਿਉਂਕਿ ਉੱਥੇ ਤਾਂ ਇੱਕ ਲੜਕਾ ਬੈਠਾ ਸੀ। ਮੈਂ ਅੱਗੇ ਵਧਿਆ ਤਾਂ ਉਹ ਮੈਨੂੰ ਦੇਖ ਕੇ ਸਹਿਮ ਗਿਆ ਅਤੇ ਫਿਰ ਤੋਂ ਰੋਣ ਲੱਗ ਪਿਆ। ਮੈਂ ਉਸ ਨੂੰ ਝਿੜਕਿਆ ਕਿ ਮੇਰੇ ਸਾਹਮਣੇ ਹੁਣ ਬਿਲਕੁਲ ਵੀ ਨਾ ਰੋਣਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮੈਨੂੰ ਦੱਸ, ਤੂੰ ਕੌਣ ਆ? ਨੇਹਾ ਕਿੱਥੇ ਹੈ? ਉਹ ਲੜਕਾ ਰੋਂਦਾ ਹੋਇਆ ਬੋਲਿਆ, ਜੇ ਮੈਂ ਤੁਹਾਨੂੰ ਆਪਣੀ ਹਕੀਕਤ ਦੱਸ ਦੇਵਾਂਗਾ ਤਾਂ ਤੁਸੀਂ ਮੈਨੂੰ ਵੇਚ ਤਾਂ ਨਹੀਂ ਦਿਓਗੇ? ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ। ਮੈਂ ਬੋਲਿਆ, ਨਹੀਂ ਹਰਗਿਜ਼ ਨਹੀਂ, ਮੈਂ ਤੈਨੂੰ ਕਿਉਂ ਵੇਚਾਂਗਾ? ਉਸ ਲੜਕੇ ਨੂੰ ਮੇਰੀ ਗੱਲ 'ਤੇ ਯਕੀਨ ਹੋ ਗਿਆ ਅਤੇ ਸੋਫੇ 'ਤੇ ਬੈਠ ਗਿਆ। ਉਸ ਦੇ ਚਿਹਰੇ 'ਤੇ ਬਹੁਤ ਦਰਦ। ਉਹ ਬੋਲਿਆ, ਜਦੋਂ ਮੈਂ ਪੈਦਾ ਹੋਇਆ ਤਾਂ ਸਾਡੇ ਘਰ ਮਾਤਮ ਮਨਾਇਆ ਗਿਆ ਸੀ, ਜਿੱਦਾਂ ਮੈਂ ਪੈਦਾ ਨਹੀਂ ਹੋਇਆ, ਮਰਿਆ ਹੋਵਾਂ। ਜਦੋਂ ਮੈਂ ਵੱਡਾ ਹੋਇਆ ਸੀ ਤਾਂ ਆਪਣੇ ਆਸ-ਪਾਸ ਬਹੁਤ ਜੁਰਮ ਦੇਖਿਆ ਸੀ। ਮੇਰਾ ਪਿਤਾ ਮੇਰੀ ਮਾਂ ਨੂੰ ਇੱਕ ਮੋਟੇ ਡੰਡੇ ਨਾਲ ਕੁੱਟ-ਕੁੱਟ ਕੇ ਨੀਲ ਪਾ ਦਿੰਦਾ ਸੀ ਅਤੇ ਮੇਰੇ ਵੱਲ ਵੇਖ ਕੇ ਕਹਿੰਦਾ, ਤੂੰ ਬਾਝ ਹੁੰਦੀ ਤਾਂ ਮੈਂ ਸਬਰ ਕਰ ਲੈਂਦਾ, ਪਰ ਇਹ ਤੂੰ ਕੀ ਗਜ਼ਬ ਕਰ ਦਿੱਤਾ। ਮੈਂ ਆਪਣੇ ਪਿਤਾ ਦੀ ਫਿਟਕਾਰ ਸੁਣ ਕੇ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਜਾਂਦਾ ਤਾਂ ਰੇਖਾ ਕਹਿੰਦੀ, ਪਿਤਾ ਜੀ ਦੀਆਂ ਗੱਲਾਂ 'ਤੇ ਧਿਆਨ ਨਾ ਦਿਆ ਕਰ, ਤੂੰ ਤਾਂ ਬਹੁਤ ਪਿਆਰਾ ਹੈ। ਪਰ ਜੇ ਮੈਂ ਪਿਆਰਾ ਹੁੰਦਾ ਤਾਂ ਕੀ ਮੇਰੀ ਵਜ੍ਹਾ ਨਾਲ ਮਾਂ ਨੂੰ ਕੁੱਟ ਪੈਂਦੀ? ਮੈਂ ਰੇਖਾ ਕੋਲੋਂ ਪੈਸੇ ਮੰਗਦਾ ਤਾਂ ਉਹ 2 ਰੁਪਏ ਦਾ ਨੋਟ ਫੜਾ ਦਿੰਦੀ ਸੀ। ਮੈਂ ਭੱਜ ਕੇ ਦੁਕਾਨ 'ਤੇ ਜਾਂਦਾ ਅਤੇ ਆਪਣੀ ਪਸੰਦ ਦੀਆਂ ਟੌਫੀਆਂ ਮਾਂ ਦੇ ਲਈ ਲੈ ਆਉਂਦਾ। ਮੈਂ ਉਹ ਟੌਫੀ ਮਾਂ ਦੇ ਮੂੰਹ ਵਿੱਚ ਪਾ ਕੇ ਕਹਿੰਦਾ, ਮਾਂ ਗੋਲੀ ਖਾ ਲਓ, ਆਰਾਮ ਆ ਜਾਏਗਾ।
ਮੇਰੀ ਮਾਂ ਮੇਰੇ ਨਾਲ ਲਿਪਟ ਕੇ ਫੁੱਟ ਕੇ ਰੋਣ ਲੱਗ ਪੈਂਦੀ ਸੀ। ਮੈਂ ਛੋਟਾ ਜਿਹਾ ਸੀ, ਮੇਰੇ ਹਮ ਉਮਰ ਦੇ ਲੜਕੇ ਖੇਡਦੇ ਹੁੰਦੇ ਸੀ, ਜਦ ਕਿ ਮੇਰਾ ਖੇਡ ਵਿੱਚ ਦਿਲ ਨਹੀਂ ਲੱਗਦਾ ਸੀ। ਮੈਂ ਸਾਰਾ ਦਿਨ ਘਰ ਹੀ ਰਹਿ ਕੇ ਮਾਂ ਦਾ ਪਹਿਰਾ ਦਿੰਦਾ ਸੀ ਕਿ ਮੇਰਾ ਪਿਤਾ ਫਿਰ ਕਿਤੇ ਮਾਂ ਨੂੰ ਮਾਰਨ ਨਾ ਲੱਗ ਜਾਵੇ। ਪਰ ਮੇਰੇ ਰੋਕਣ ਦੇ ਬਾਵਜੂਦ ਵੀ ਮਾਂ ਹਰ ਦੂਜੇ ਤੀਜੇ ਦਿਨ ਆਪਣੇ ਪਿਤਾ ਜੀ ਦੀ ਮਾਰ ਦਾ ਸ਼ਿਕਾਰ ਹੁੰਦੀ ਅਤੇ ਨੀਲੋ ਨੀਲ ਹੋਈ ਹੁੰਦੀ। ਮੈਂ ਆਪਣੇ ਛੋਟੇ ਹੱਥਾਂ ਨਾਲ ਮਾਂ ਨੂੰ ਕੁੱਟਦਾ ਸੀ ਕਿ ਉਹਨਾਂ ਨੂੰ ਆਰਾਮ ਆ ਜਾਵੇ। ਮਾਂ ਨੇ ਕਹਿਣਾ, ਮੈਨੂੰ ਕੁੱਟ ਖਾਣ ਤੋਂ ਇੰਨੀ ਤਕਲੀਫ ਨਹੀਂ ਹੁੰਦੀ, ਪਰ ਤੇਰੀਆਂ ਇਹਨਾਂ ਹਰਕਤਾਂ ਤੋਂ ਬਹੁਤ ਤਕਲੀਫ ਹੁੰਦੀ ਹੈ। ਮੇਰਾ ਦਿਲ ਚੀਰਿਆ ਜਾਂਦਾ। ਮਾਂ ਦੀ ਕਮੇਟੀ ਨਿਕਲੀ ਤਾਂ ਉਹ ਬਾਜ਼ਾਰੋਂ ਮੇਰੇ ਲਈ ਇੱਕ ਸਾਈਕਲ ਲੈ ਆਈ। ਮਾਂ ਨੇ ਕਹਿਣਾ, ਤੂੰ ਬਾਹਰ ਜਾ ਕੇ ਤਾਂ ਖੇਡਦਾ ਨਹੀਂ, ਇਸ ਕਰਕੇ ਤੇਰੀ ਖੁਸ਼ੀ ਦਾ ਇੰਤਜ਼ਾਮ ਘਰ ਹੀ ਕਰ ਦਿੱਤਾ। ਮੈਂ ਸਾਈਕਲ ਦੇਖ ਕੇ ਬਹੁਤ ਖੁਸ਼ ਹੋਇਆ ਸੀ। ਮੈਂ ਮਾਂ ਦੇ ਹੱਥ ਚੁੰਮਦਾ ਰਹਿੰਦਾ। ਸ਼ਾਮ ਨੂੰ ਜਦੋਂ ਮੇਰਾ ਪਿਤਾ ਘਰ ਆਇਆ ਤਾਂ ਮੈਂ ਸਾਈਕਲ ਚਲਾ ਰਿਹਾ ਸੀ। ਉਹ ਬੋਲੇ, ਇਸ ਕਮਜ਼ਾਤ ਨੂੰ ਇਹ ਸਾਈਕਲ ਕਿਸ ਨੇ ਲੈ ਕੇ ਦਿੱਤਾ? ਫਿਰ ਮੇਰੇ ਮੂੰਹ 'ਤੇ 2 ਥੱਪੜ ਮਾਰ ਕੇ ਮੈਨੂੰ ਸਾਈਕਲ ਤੋਂ ਉਤਾਰ ਦਿੱਤਾ ਤੇ ਕੁਲਹਾੜੀ ਨਾਲ ਵਾਰ ਕਰਕੇ ਉਸ ਸਾਈਕਲ ਨੂੰ ਤੋੜ ਦਿੱਤਾ। ਮੇਰੀਆਂ ਅੱਖਾਂ 'ਚੋਂ ਅੱਥਰੂ ਨਿਕਲੀ ਜਾ ਰਹੇ ਸੀ। ਮੈਂ ਰਾਤ ਦਾ ਖਾਣਾ ਵੀ ਨਹੀਂ ਖਾਧਾ ਸੀ। ਮਾਂ ਮੇਰੇ ਕੋਲ ਰਾਤ ਨੂੰ ਆਈ ਅਤੇ ਕਹਿਣ ਲੱਗੀ, ਮੈਂ ਤੇਰੇ ਨਾਲ ਅੱਜ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦੀ ਹਾਂ। ਤੂੰ 4 ਸਾਲ ਦਾ ਹੋ ਗਿਆ ਹੈ, ਇੱਕ ਸਮਝਦਾਰ ਬੱਚਾ ਬਣ ਗਿਆ ਹੈ, ਹੁਣ ਤਾਂ ਮਾਂ ਹਰ ਗੱਲ ਕਰ ਸਕਦੀ ਆ ਨਾ ਤੇਰੇ ਨਾਲ। ਮੈਂ ਇਸ ਗੱਲ 'ਤੇ ਸਿਰ ਹਿਲਾ ਦਿੱਤਾ ਸੀ। ਮਾਂ ਬੋਲੀ, ਬੇਟਾ ਤੇਰੀ ਦੀਦੀ ਦਾ ਨਾਮ ਕੀ ਹੈ? ਮੈਂ ਕਿਹਾ, ਰੇਖਾ। ਤੇ ਮਾਂ ਬੋਲੀ, ਤੇਰਾ ਨਾਮ ਕੀ ਹੈ? ਮੈਂ ਖਾਮੋਸ਼ ਹੋ ਗਿਆ, ਕੰਨਾਂ ਵਿੱਚ ਛਾਂ ਹੋਣ ਲੱਗ ਪਈ। ਮੈਂ ਬੋਲਿਆ, ਮਾਂ ਪਿਤਾ ਮੈਨੂੰ ਕਮਜ਼ਾਤ ਕਹਿੰਦੇ ਨੇ ਤੇ ਤੂੰ ਚੰਦਾ ਕਹਿੰਦੀ ਹੈ, ਇਹਨਾਂ ਦੋਨਾਂ ਵਿੱਚੋਂ ਮੇਰਾ ਨਾਮ ਕੀ ਹੈ? ਮਾਂ ਦੀਆਂ ਅੱਖਾਂ 'ਚੋਂ ਅੱਥਰੂ ਨਿਕਲ ਲੱਗ ਪਏ। ਮਾਂ ਬੋਲੀ, ਤੇਰਾ ਕੋਈ ਨਾਮ ਹੈ ਹੀ ਨਹੀਂ ਮੇਰੀ ਜਾਨ। 4 ਸਾਲ ਹੋ ਗਏ ਤੈਨੂੰ ਪੈਦਾ ਹੋਏ ਨੂੰ, ਪਰ ਮੈਂ ਹਜੇ ਤੱਕ ਇਹੀ ਫੈਸਲਾ ਨਹੀਂ ਕਰ ਪਾਈ ਕਿ ਤੇਰਾ ਨਾਮ ਕੀ ਰੱਖਾਂ, ਲੜਕੀਆਂ ਵਾਲਾ ਨਾਮ ਰੱਖਾਂ ਜਾਂ ਲੜਕਿਆਂ ਵਾਲਾ। ਮੈਂ ਮੱਥੇ 'ਤੇ ਵਾਲ ਪਾ ਕੇ ਕਿਹਾ, ਕਿਉਂ ਮਾਂ, ਲੜਕੀਆਂ ਵਾਲਾ ਨਾਮ ਕਿਉਂ ਰੱਖਣਾ ਮੇਰਾ? ਮੈਂ ਤਾਂ ਲੜਕਾ ਹਾਂ। ਮਾਂ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਹਿਣ ਲੱਗੀ, ਨਾ ਤੂੰ ਲੜਕਾ ਹੈ ਨਾ ਲੜਕੀ, ਤੇਰੀ ਤੀਸਰੀ ਜਿਨਸ ਹੈ। ਮੈਂ 4 ਸਾਲ ਦਾ ਬੱਚਾ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾ ਰਿਹਾ ਸੀ। ਮਾਂ ਬੋਲੀ, ਮੈਂ ਤੈਨੂੰ ਲੜਕਾ ਨਹੀਂ ਬਣਾਵਾਂਗੀ। ਜਦੋਂ ਤੂੰ ਬਾਹਰ ਨਿਕਲੇਂਗਾ ਤਾਂ ਲੋਕ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ। ਮੈਂ ਤੇਰਾ ਨਾਮ ਨੇਹਾ ਰੱਖਦੀ ਹਾਂ। ਤੂੰ ਹਰ ਸਮੇਂ ਸਿਰ 'ਤੇ ਦੁਪੱਟਾ ਲੈ ਕੇ ਰੱਖੇਂਗਾ ਤੇ ਘਰ ਦੀ 4 ਦੀਵਾਰੀ ਵਿੱਚ ਰਹੇਂਗਾ ਤਾਂ ਮਹਿਫੂਜ਼ ਰਹੇਂਗਾ। ਮੈਂ ਮਾਂ ਨਾਲ ਰੁੱਸ ਗਿਆ ਤੇ ਕਿਹਾ, ਮੈਂ ਨਹੀਂ ਲੈਣਾ ਕੋਈ ਦੁਪੱਟਾ, ਮੈਂ ਲੜਕਾ ਹਾਂ। ਮਾਂ ਬੋਲੀ, ਮੇਰੇ ਕੋਲ ਮੌਲਤ ਨਹੀਂ ਆ ਮੇਰੇ ਬੇਟੇ, ਨਹੀਂ ਤਾਂ ਮੈਂ ਤੇਰੇ ਸਿਰ 'ਤੇ ਘਣੇ ਦਰਖਤ ਦੀ ਛਾਂ ਕਰ ਦਿੰਦੀ, ਤੇਰੇ ਹਿੱਸੇ ਦਾ ਹਰ ਇਹ ਦਰਦ ਖੁਦ ਝੇਲ ਲੈਂਦੀ। ਪਰ ਹੁਣ ਮੈਨੂੰ ਕਿਤੇ ਜਾਣਾ ਹੈ। ਮੈਂ ਰੋਂਦਾ ਹੋਇਆ ਮਾਂ ਨਾਲ ਲਿਪਟ ਗਿਆ ਤੇ ਜ਼ਿੱਦ ਕਰਨ ਲੱਗ ਪਿਆ ਕਿ ਮੈਨੂੰ ਵੀ ਆਪਣੇ ਨਾਲ ਲੈ ਕੇ ਜਾਓ ਨਾ। ਅਸੀਂ ਦੋਨੋਂ ਰੋਂਦੇ ਰਹੇ। ਫਿਰ ਮੈਂ ਸੋ ਗਿਆ ਤੇ ਮਾਂ ਮੈਨੂੰ ਰੇਖਾ ਕੋਲ ਲਿਟਾ ਕੇ ਚਲੀ ਗਈ। ਸਵੇਰੇ ਮੇਰੀ ਅੱਖ ਚੀਕਾਂ ਦੀਆਂ ਆਵਾਜ਼ਾਂ ਨਾਲ ਖੁੱਲ੍ਹੀ। ਰੇਖਾ ਵੀ ਉੱਚੀ ਰੋ ਰਹੀ ਸੀ। ਮੈਂ ਭੱਜ ਕੇ ਬਾਹਰ ਨਿਕਲਿਆ ਤਾਂ ਮਾਂ ਸੁੱਤੀ ਹੋਈ ਸੀ। ਰੇਖਾ ਮੈਨੂੰ ਲਿਪਟ ਕੇ ਰੋਣ ਲੱਗ ਪਈ ਤੇ ਬੋਲੀ, ਮਾਂ ਚਲੀ ਗਈ। ਮੈਂ ਰੇਖਾ ਦੇ ਸਿਰ 'ਤੇ ਚਪੇੜ ਮਾਰੀ ਅਤੇ ਬੋਲਿਆ, ਹੌਲੀ ਬੋਲੋ, ਮਾਂ ਸੋ ਰਹੀ ਹੈ। ਫਿਰ ਰੇਖਾ ਮੈਨੂੰ ਕਮਰੇ ਵਿੱਚ ਲੈ ਗਈ ਤੇ ਮੇਰੇ ਸਿਰ 'ਤੇ ਦੁਪੱਟਾ ਦੇ ਕੇ ਬੋਲੀ, ਅੱਜ ਤੋਂ ਤੂੰ ਨੇਹਾ ਹੈ, ਮਾਂ ਦੀ ਗੱਲ ਯਾਦ ਹੈ ਨਾ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ 2 ਰੁਪਏ ਲੈ ਕੇ ਦੁਕਾਨ 'ਤੇ ਗਿਆ ਤੇ ਮਾਂ ਦੇ ਲਈ ਟੌਫੀ ਲੈ ਕੇ ਆਇਆ। ਮੈਂ ਉਹ ਟੌਫੀ ਜੇਬ ਵਿੱਚ ਪਾ ਕੇ ਘੁੰਮਦਿਆਂ ਕਿਹਾ, ਮਾਂ ਉੱਠਦੀ ਹੀ ਨਹੀਂ। ਫਿਰ ਮਾਂ ਨੂੰ ਚਿੱਟਾ ਲਿਬਾਸ ਪਾ ਕੇ ਲੈ ਗਏ। ਮੈਂ ਬਹੁਤ ਰੋਇਆ ਕਿ ਮੇਰੀ ਮਾਂ ਨੂੰ ਕਿੱਥੇ ਲੈ ਕੇ ਜਾ ਰਹੇ ਹੋ, ਛੱਡ ਦਿਓ ਉਹਨਾਂ ਨੂੰ, ਮੈਂ ਤਾਂ ਉਹਨਾਂ ਦੇ ਲਈ ਟੌਫੀ ਲੈ ਕੇ ਆਇਆ ਹਾਂ। ਮੈਂ ਛੋਟਾ ਸੀ ਨਾ, ਇਸ ਕਰਕੇ ਕਿਸੇ ਨੇ ਮੇਰੀ ਆਵਾਜ਼ ਨਾ ਸੁਣੀ। ਉਹ ਟੌਫੀ ਮੇਰੀ ਜੇਬ ਵਿੱਚ ਹੀ ਰਹਿ ਗਈ, ਪਰ ਮਾਂ ਨਾ ਵਾਪਸ ਆਈ। ਮੈਂ ਰੋਂਦਾ ਰਿਹਾ, ਤੜਫਦਾ ਰਿਹਾ, ਪਰ ਕਿਸੇ ਨੇ ਨਾ ਮੇਰੀ ਸੁਣੀ। ਇੱਕ ਦਿਨ ਪਿਤਾ ਜੀ ਵੀ ਚਲੇ ਗਏ। ਫਿਰ ਅਸੀਂ ਚਾਚੀ ਦੇ ਘਰ ਆ ਗਏ। ਚਾਚੀ ਵੀ ਮੇਰੇ ਬਾਪ ਦੇ ਵਾਂਗ ਜ਼ਾਲਿਮ ਸੀ, ਬਹੁਤ ਮਾਰਦੀ ਸੀ। ਮੈਨੂੰ ਅਕਸਰ ਕਹਿੰਦੀ ਹੁੰਦੀ ਸੀ ਕਿ ਮੈਂ ਤੈਨੂੰ ਵੇਚ ਦੇਵਾਂਗੀ, ਗੁਰੂ ਲੈ ਜਾਵੇਗਾ ਤੈਨੂੰ। ਉਦੋਂ ਰੇਖਾ ਮੇਰਾ ਸਹਾਰਾ ਬਣਦੀ ਸੀ। ਚਾਚੀ ਦਾ ਬੇਟਾ ਸੀ ਤੁਹਾਡੇ ਜਿੱਡਾ। ਉਹ ਮੈਨੂੰ ਕਹਿੰਦਾ ਸੀ, ਤੂੰ ਕਿੰਨਰ ਹੈ, ਨੱਚ ਕੇ ਦਿਖਾ। ਫਿਰ ਉਹ ਅਤੇ ਚਾਚੀ ਬਹੁਤ ਹੱਸਦੇ ਸੀ। ਮੈਂ ਡਰ ਜਾਂਦਾ ਸੀ। ਰੇਖਾ ਹੀ ਮੈਨੂੰ ਬਚਾਉਂਦੀ ਸੀ। ਫਿਰ ਇਸ ਦਾ ਵਿਆਹ ਹੋ ਗਿਆ ਤੁਹਾਡੇ ਨਾਲ। ਤੁਹਾਡੇ ਵੱਲ ਦੇਖ ਕੇ ਵੀ ਮੈਨੂੰ ਬਹੁਤ ਡਰ ਲੱਗਦਾ ਸੀ ਕਿ ਕਿਤੇ ਤੁਸੀਂ ਵੀ ਮੈਨੂੰ ਗੁਰੂ ਦੇ ਕੋਲ ਨਾ ਭੇਜ ਦਿਓ। ਰੇਖਾ ਮੈਨੂੰ ਕਹਿੰਦੀ ਸੀ ਕਿ ਤੁਸੀਂ ਬਹੁਤ ਚੰਗੇ ਹੋ, ਤੁਸੀਂ ਇੱਦਾਂ ਨਹੀਂ ਕਰੋਗੇ, ਪਰ ਡਰ ਮੇਰੇ ਦਿਲ ਦੇ ਅੰਦਰ ਜੜ ਕਰਕੇ ਬੈਠਾ। ਹੁਣ ਤੁਹਾਨੂੰ ਸਭ ਕੁਝ ਪਤਾ ਲੱਗ ਗਿਆ, ਹੁਣ ਦੱਸੋ ਮੈਨੂੰ ਇਕੱਲੇ ਨੂੰ ਕਮਰੇ ਵਿੱਚ ਬੰਦ ਤਾਂ ਨਹੀਂ ਕਰੋਗੇ? ਮੇਰਾ ਚਿਹਰਾ ਅੱਥਰੂਆਂ ਨਾਲ ਭਰਿਆ ਹੋਇਆ ਸੀ। ਮੈਂ ਜਲਦੀ ਨਾਲ ਉੱਠ ਕੇ ਬਾਹਰ ਨੂੰ ਭੱਜਿਆ ਅਤੇ ਰੇਖਾ ਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਉਸ ਦੇ ਪੈਰ ਵਿੱਚ ਬੈਠ ਕੇ ਮਾਫ਼ੀ ਮੰਗਣ ਲੱਗ ਪਿਆ।
ਉਹ ਵੀ ਰੋ ਰਹੀ ਸੀ ਤੇ ਬੋਲੀ, ਮਾਫ਼ੀ ਕਿਸ ਗੱਲ ਦੀ, ਤੁਸੀਂ ਤਾਂ ਸਾਨੂੰ ਬੇਸਹਾਰਿਆਂ ਨੂੰ ਸਹਾਰਾ ਦਿੱਤਾ ਹੈ। ਫਿਰ ਮੈਂ ਅਤੇ ਰੇਖਾ ਨੇਹਾ ਨੂੰ ਮਨੋਵਿਗਿਆਨਿਕ ਡਾਕਟਰ ਦੇ ਕੋਲ ਲੈ ਕੇ ਜਾਣ ਲੱਗ ਪਏ। ਉਸਦੇ ਦਿਲ 'ਚੋਂ ਬਚਪਨ ਦਾ ਡਰ ਕੱਢਣਾ ਬਹੁਤ ਮੁਸ਼ਕਿਲ ਸੀ। ਮੈਂ ਉਸਦੀ ਪੜ੍ਹਾਈ ਵੀ ਸ਼ੁਰੂ ਕਰਵਾ ਦਿੱਤੀ ਸੀ ਅਤੇ ਰੇਖਾ ਖੁਸ਼ਗਵਾਰ ਜ਼ਿੰਦਗੀ ਦਾ ਆਗਾਜ਼ ਕਰ ਚੁੱਕੀ ਸੀ। ਨੇਹਾ ਵੀ ਹੌਲੀ-ਹੌਲੀ ਠੀਕ ਹੋ ਰਹੀ ਸੀ। ਮੈਂ ਵੀ ਖੁਦ ਨਾਲ ਵਾਅਦਾ ਕੀਤਾ ਸੀ ਕਿ ਇਸਦੀ ਜ਼ਿੰਦਗੀ ਰੌਸ਼ਨ ਕਰਕੇ ਹੀ ਦਮ ਲਵਾਂਗਾ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।